साहेब जी। मैं मूर्ख की केतक बात है, कोट पराधी तरियारे। गुर नानक जिन सुनिया पिखिया, से फिर गर्भासना परियारे। ज्ञान ध्यान किस कर्म न जाना, सार ना जाना तेरी। सब ते वड्डा सतगुर नानक, जिन कल राखी मेरी। किश रूप नहीं किश जात नहीं, किश ढंग ना मेरा। क्या मुँह लै बोल है गुण विहोण, नाम जपया ना तेरा। क्या मुँह लै बोले गुण विहोण, नाम जपया ना तेरा। निमाणिया नु माण, बेसमझा नु समझ, सूझ-बूझ डिप्रेशन मन दे हनेरे नू, अज्ञानता दूर कर निरंकार परवदगार परमेश्वर नाल मिलाउण वाले, मन दीआं चिंतावां झोरे दूर करन वाले शब्दावतार शब्द गुरु साहिब श्री गुरु ग्रंथ साहिब महाराज जी दे पावन हजूरी अंदर चैनल पंजाबी फेसबुक यूट्यूब राही जो घरां अंदर बैठ करके इस सारे समागम का लाहा लै रहे हैं। आओ गुरुजन गुरु प्यारिओ, जे तन करके नहीं आ पाए गुरु की शरण विच ते मन का टिका बनाइए। जिस हालत विच जिथे भी बैठे हाँ गुरु शब्द नाल जुड़ जाइए। जुड़न तो पहले सारे ही रसना नूं सफला करो, कोई रसना वांझी रह ना जावे। सतनाम श्री वाहेगुरु, सतनाम श्री वाहेगुरु साहेब जी। गौड़ी महला पंजवा, गुर का शब्द राख मन माहे। नाम सिमर चिंता सब जाहे। बिन भगवंत नाही अन्न कोय। मारै राखै एको सोए। बिन भगवंत नाही अन कोय। मारै राखै एको सोए। धन धन साहिब श्री गुरु अर्जन साहिब महाराज। अज का जो लड़ीवार शब्द आपां विचारना है, इस से शब्द नूं गुरु के कीर्तनीय गा रहे सन ते वार वार इस नूं गा रहे ने। नाम सिमर चिंता सब जाए।
ਹੁਣ ਇਹਦੇ ਅਰਥ ਕਰਨੇ ਜਾਂ ਸਮਝਣੇ ਬਹੁਤ ਸੌਖੇ ਨੇ, ਪਰ ਅਮਲ ਕਰਨਾ ਬੜਾ ਔਖਾ ਹੈ। ਅਗਲੀਆਂ ਤੁਕਾਂ ਵਿੱਚ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ, ਬਿਨ ਭਗਵੰਤ ਨਾਹੀ ਅੰਨ ਕੋਏ। ਆਪਾਂ ਇੱਕ ਇੱਕ ਸ਼ਬਦ ਨੂੰ ਵੇਖਣਾ ਹੈ। ਗੁਰੂ ਸਾਹਿਬ ਜੀ ਇਹਨਾਂ ਦੇ ਰਾਹੀਂ ਸਾਨੂੰ ਚਾਨਣਾ ਕੀ ਦੇ ਰਹੇ ਨੇ? ਅੰਨ ਕੋਏ, ਮੈਂ ਅੰਨ ਤੋਂ ਲੈਣਾ। ਅੰਨ ਕਿਹਨੂੰ ਕਹਿੰਦੇ ਨੇ? ਜਿਸ ਨੂੰ ਆਪਾਂ ਕਹਿੰਦੇ ਅੰਨ੍ਹੇ, ਹਿੰਦੀ ਵਿੱਚ ਅਸੀਂ ਕਹਿ ਦਿੰਦੇ ਹਾਂ ਅੰਨ੍ਹੇ। ਅੰਨ੍ਹਿਆਂ ਤੋਂ ਭਾਵ ਹੈ ਇਸ ਤੋਂ ਇਲਾਵਾ ਹੋਰ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਅੰਨ੍ਹੇ ਕੋਏ ਬਿਨ ਭਗਵੰਤ। ਹੈ ਭਾਈ ਭਾਗਵੰਤ, ਭਾਗਿਆਸ਼ਾਲੀ ਉਹ ਮਨੁੱਖ ਹੈ। ਭਗਵੰਤ ਤੋਂ ਭਾਵ ਹੈ ਰੱਬ ਪਰਮਾਤਮਾ। ਤੇ ਜਿਹੜਾ ਅੰਨ੍ਹੇ ਰੱਬ ਤੋਂ ਇਲਾਵਾ ਹੋਰ ਕਿਸੇ ਪਾਸੇ ਆਪਣਾ ਖਿਆਲ ਧਿਆਨ ਜਾਣ ਹੀ ਨਹੀਂ ਦਿੰਦਾ, ਹੋਰ ਕਿਸੇ ਪਾਸੇ ਆਪਣੇ ਚਿੱਤ ਨੂੰ ਲਾਉਂਦਾ ਹੀ ਨਹੀਂ ਹੈ, ਨਿਰੰਕਾਰ ਤੋਂ ਇਲਾਵਾ ਬਿਨਾ। ਕਿਉਂਕਿ ਬਿਨ ਭਗਵੰਤ ਆ ਗਿਆ ਨਾ ਇੱਥੇ, ਨਾ ਹੀ ਅੰਨ੍ਹ ਕੋਏ, ਅੰਨ੍ਹ ਕੋਏ, ਰੱਬ ਤੋਂ ਇਲਾਵਾ ਸੰਸਾਰ ਵਿੱਚ ਹੈ ਮਨੁੱਖ ਤੇਰਾ ਕੋਈ ਵੀ ਨਹੀਂ ਹੈਗਾ। ਤੂੰ ਐਵੇਂ ਦੁਨੀਆ ਦੇ ਸਹਾਰੇ ਬਣਾਈ ਫਿਰਦਾ ਹੈ। ਸਹਾਰਾ ਕੇਵਲ ਤੇ ਕੇਵਲ ਤੇਰਾ ਇੱਕ ਪ੍ਰਮਾਤਮਾ ਦਾ ਨਾਮ ਹੀ ਹੈ। ਜੇ ਤੂੰ ਰੱਬ ਦੇ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਲੈ ਲਵੇਂ, ਅੰਨ੍ਹੇ ਹੋਰ ਸਹਾਰੇ ਜਿਹੜੇ ਨੇ ਛੱਡ ਦਵੇਂ, ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਜੀਵਨ ਮੁਕਤ। ਤੂੰ ਜੀਵਦੇ ਜੀ ਮੁਕਤ ਹੋ ਜਾਏਗਾ। ਇੱਕ ਤੇ ਮੁਕਤੀ ਹੁੰਦੀ ਹੈ ਨਾ ਜਦੋਂ ਸੰਸਾਰ ਤੋਂ ਅਸੀਂ ਚਲੇ ਜਾਂਦੇ ਹਾਂ ਤੇ ਸੰਸਾਰ ਤੋਂ ਪ੍ਰਾਣ ਨਿਕਲ ਜਾਣ ਤੇ ਪਿਆਨਾ ਕਰ ਜਾਂਦੇ ਹਾਂ, ਤੇ ਫਿਰ ਉਹਦੇ ਮੁਕਤੀ ਦੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਨੇ, ਰੱਬ ਜੀ ਇਹਦੀ ਆਤਮਿਕ ਕਲਿਆਣਤਾ ਹੋਵੇ। ਫਿਰ ਇਹ ਸ਼ਬਦ ਅਸੀਂ ਲਾ ਲਾ ਕੇ ਪੜ੍ਹਦੇ ਹਾਂ, ਅਬ ਕੀ ਬਾਰ। ਫਿਰ ਕਹਿੰਦੇ ਹਨ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਉਜਲ ਫੇਰਾ। ਅਬ ਕੀ ਬਾਰ, ਇਸ ਵਾਰੀ ਬਖਸ਼ ਲਵੀਂ, ਮੁੜ ਕੇ ਭਉਜਲ ਦੇ ਵਿੱਚ ਨਾ ਪਵੇ। ਜੰਮਣ ਮਰਨ ਦਾ ਆਵਾਗਾਉਣ, ਜੰਮਣ ਮਰਨ ਤੇ ਆਵਾਗਾਉਣ ਦਾ ਜਿਹੜਾ ਗੇੜਾ ਇਹਨੂੰ ਨਾ ਪਵੇ। ਰੱਬ ਜੀ ਇਹਨੂੰ ਬਖਸ਼ ਲਵੀਂ। ਫਿਰ ਅਸੀਂ ਕਹਿੰਦੇ ਆ, ਤੇ ਜੇ ਬੰਦਾ ਕਰੇ ਜੀਵਦੇ ਜੀ ਆਪ ਹੀ ਆਖੇ ਨਾ ਬਖਸ਼ ਲਈ। ਇਹ ਤੇ 7 ਜਾਂ 8 10 ਦਿਨਾਂ ਬਾਅਦ ਜਦੋਂ ਭੋਗ ਪੈਂਦਾ ਹੈ ਨਾ, ਜਿਹਨੂੰ ਅੰਤਮ ਅਰਦਾਸ ਕਹਿ ਦਿੰਦੇ ਆ। ਅਰਦਾਸ ਵੈਸੇ ਅੰਤਮ ਨਹੀਂ ਹੁੰਦੀ, ਅਸੀਂ ਕਹਿ ਦਿੰਦੇ ਆ ਵੀ ਫਲਾਣੇ ਦੀ ਅੰਤਿਮ ਅਰਦਾਸ ਤੇ ਚੱਲੇ। ਆਮ ਹੀ ਅਸੀਂ ਬੋਲੀ ਬੋਲਦੇ ਆ। ਅਰਦਾਸ ਕਦੀ ਅੰਤਮ ਨਹੀਂ ਹੁੰਦੀ। ਅਰਦਾਸ ਤੇ ਸਿੱਖ ਦੀ ਰੋਜ਼ ਨਿਤਾ ਪ੍ਰਤੀ ਦੀ ਅਰਦਾਸ ਹੁੰਦੀ ਹੈ। ਕਦੀ ਅਰਦਾਸ ਦਾ ਲਾਸਟ ਹੋਇਆ ਹੀ ਨਹੀਂ, ਅੰਤ ਕਦੀ ਹੁੰਦਾ ਹੀ ਨਹੀਂ, ਅੰਤਮ ਨਹੀਂ ਕਦੀ ਹੋਇਆ ਕਰਦੀ। ਅਰਦਾਸ ਸਿੱਖ ਰੋਜ਼ ਕਰਦਾ। ਪਰ ਗੱਲ ਇੱਥੇ ਕੀ ਹੈ? ਮੇਰੇ ਪਾਤਸ਼ਾਹ ਕਹਿੰਦੇ ਨੇ, ਬੰਦਿਆ ਜਦੋਂ ਤੇਰੇ ਸਰੀਰ ਦੇ ਵਿੱਚ ਪ੍ਰਾਣ ਚੱਲਦੇ ਹੋਣ ਤੇ ਕਦੀ ਉਸ ਸਮੇਂ ਤੂੰ ਇਹ ਗੱਲ ਕਹਿ ਨਾ, ਅਬ ਕੀ ਬਾਰ, ਹੁਣ ਦਾਤਾ ਬਖਸ਼ ਲੈ ਮੈਨੂੰ, ਮੇਰੇ ਤੋਂ ਜਿਹੜਾ ਅੱਜ ਗੁਨਾਹ ਹੋਇਆ ਇਹ ਮੇਰੇ ਤੋਂ ਕੱਲ ਨਾ ਹੋਵੇ। ਗੱਲ ਤਾਂ ਆ ਸੀ, ਪਰ ਜਦੋਂ ਕੋਈ ਸੰਸਾਰ ਤੋਂ ਚਲੇ ਜਾਂਦਾ ਅਸੀਂ ਫਿਰ ਉਦੋਂ ਇਹ ਲਾ ਲਾ ਕੇ ਗੱਲਾਂ ਕਰਦੇ ਆ। ਇਹ ਸ਼ਬਦਾਂ ਦਾ ਉਦਾਹਰਣ ਦੇ ਦੇ ਕੇ ਕਰਦੇ ਆ। ਦਿਓ ਸੱਜਣ ਆਸ਼ੀਸੜੀਆਂ, ਮੈਂ ਅੰਨ੍ਹਿਆਂ ਤੇ ਗੱਲ ਲਈ ਹੈ, ਰੱਬ ਤੋਂ ਇਲਾਵਾ ਹੋਰ ਨਹੀਂ ਹੈ ਭਗਵੰਤ। ਤੇ ਉਦੋਂ ਇਹ ਕਿਹਾ ਜਾਂਦਾ ਹੈ ਕਿ ਗੁਰੂ ਕੇ ਕੀਰਤਨੀਏ ਵੀ ਸ਼ਬਦ ਗਾਉਂਦੇ ਨੇ, ਉਹਨਾਂ ਨੂੰ ਆਖਿਆ ਵੀ ਜਾਂਦਾ ਹੈ ਵੀ ਆਹ ਸ਼ੀਸ਼ ਦਾ ਸ਼ਬਦ ਜ਼ਰੂਰ ਗਾਇਆ ਜੀ। ਕਿਹੜਾ ਜੀ? ਇਹ ਸੋਹਲੇ ਦੀ ਬਾਣੀ ਹੈ। ਦਿਓ ਸੱਜਣ ਆਸ਼ੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਹੁਣ ਜਿਉਂਦੇ ਜੀ ਤੇ ਹੋਇਆ ਨਹੀਂ, ਪ੍ਰਾਣ ਨਿਕਲ ਗਏ ਨੇ, ਤੇ ਖਰੇ ਹੋਣਾ ਹੈ ਕਿ ਨਹੀਂ ਹੋਣਾ ਹੈ ਤੇ ਗੱਲ ਵੱਖਰੀ ਹੈ। ਜੇ ਤੂੰ ਚੰਗੇ ਅਮਲ ਕਮਾਏ ਹੋਣਗੇ, ਚੰਗਾ ਜੀਵਨ ਹੰਢਾਇਆ ਹੋਵੇਗਾ, ਕੋਈ ਪਰਉਪਕਾਰ ਕੀਤਾ ਹੋਵੇਗਾ, ਫਲ ਤੇ ਉਹ ਇਹਦਾ ਮਿਲਣਾ ਹੈ ਨਾ। ਫਿਰ ਤੇ ਸੱਜਣ ਦੇ ਨਾਲ ਮਿਲਾਪ ਹੋਵੇਗਾ। ਪਰੰਤੂ ਇਹ ਜਿਹੜਾ ਸ਼ਬਦ ਹੈ, ਜਦੋਂ ਮਟਿਆਰ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਜਾਂਦੀ ਹੈ ਨਾ, ਉਹਨੂੰ ਮਾਈਆਂ ਪਾਇਆ ਜਾਂਦਾ ਹੈ ਨਾ। ਕਿਉਂਕਿ ਇੱਥੇ ਆਉਂਦਾ ਪਹਿਲਾਂ ਸੰਬਦ ਸਾਹਾ। ਸਾਹਾ ਤੋਂ ਭਾਵ ਹੈ ਸਾਏ ਚਿੱਠੀ ਲਿਖੀ ਜਾਂਦੀ ਹੈ ਜਦੋਂ, ਤੇ ਜਦੋਂ ਸਾਏ ਚਿੱਠੀ ਲਿਖੀ ਜਾਵੇ, ਪੇਕੇ ਪਰਿਵਾਰ ਦੇ ਵਿੱਚੋਂ ਪਤਾ ਹੁੰਦਾ ਮਟਿਆਰ ਨੂੰ ਵੀ ਮੇਰੇ ਸਾਏ ਚਿੱਠੀ ਲਿਖੀ ਹੈ, ਗਈ ਹੈ, ਫਲਾਣੇ ਦਿਨ ਫਲਾਣਾ ਸਮਾਂ ਹੋਏਗਾ, ਫਲਾਨੀ ਤਰੀਕ ਨੂੰ ਇੰਨੇ ਕੁ ਵਜੇ ਬਰਾਤ ਨੇ ਆਉਣਾ ਹੈ, ਤੇ ਫਿਰ ਮੈਨੂੰ ਉਹਨਾਂ ਨੇ ਪਰਨਾ ਕੇ ਵਿਆਹ ਕੇ ਲੈ ਜਾਣਾ ਤੇ ਮੈਨੂੰ ਜਾਣਾ ਪੈਣਾ ਹੈ। ਤੇ ਉਦੋਂ ਪਹਿਲਾਂ ਉਹਨੂੰ ਮਾਈਆਂ ਪਾਇਆ ਜਾਂਦਾ ਹੈ। ਮਾਈਆਂ ਪਾਉਣ ਦੇ ਨਾਲ ਜਿਹੜੀਆਂ
ਚਾਚੀਆਂ ਤਾਈਆਂ ਭੈਣਾਂ ਭਰਜਾਈਆਂ ਜਿਹੜੀਆਂ ਆਉਂਦੀਆਂ ਨੇ ਫਿਰ ਗੀਤ ਗਾਉਂਦੀਆਂ ਨੇ ਤੇ ਕਦੀ ਨੱਚਣ ਲੱਗ ਪੈਂਦੀਆਂ ਨੇ, ਖੁਸ਼ੀ ਵਿੱਚ ਆ ਜਾਂਦੀਆਂ ਨੇ ਤੇ ਕਦੀ ਫਿਰ ਰੋਣ, ਅੱਖਾਂ ਵਿੱਚੋਂ ਬੈਰਾਗ ਆ ਜਾਂਦਾ ਹੈ। ਤੇ ਜਿਹਨੂੰ ਮਾਈਆਂ ਪਾਇਆ ਉਹ ਕਹਿੰਦੀਆਂ, ਉਹ ਅੱਗੋਂ ਬੈਠੀ ਕਹਿੰਦੀ ਇਹ ਭੈਣੋ ਭਰਜਾਈਆਂ ਚਾਚੀਆਂ ਤਾਈਆਂ ਨੂੰ ਹੁਣ ਅੱਖਾਂ ਦੇ ਵਿੱਚੋਂ ਜਲ ਨਾ ਵਹਾਓ, ਬੈਰਾਗ ਨਾ ਲਿਆਓ, ਹੁਣ ਤੇ ਮੈਨੂੰ ਆਸ਼ੀਸ਼ ਦੇਵੋ ਕਿ ਜਿਹਦੇ ਮੈਂ ਲੜ ਲੱਗਣਾ ਏ ਉਹਦੇ ਨਾਲ ਮੇਰੀ ਬਾਣ ਆਵੇ, ਜਿਹਦਾ ਮੈਂ ਲੜ ਫੜਨ ਚੱਲੀ ਆ ਨਾ ਉਹਦੇ ਨਾਲ ਮੇਰੀ ਬਣ ਆ ਜਾਵੇ। ਮੈਨੂੰ ਹੁਣ ਇਹ ਆਸ਼ੀਸ਼ ਦਿਓ ਕਿ ਮੇਰੀ ਜ਼ਿੰਦਗੀ ਦੇ ਵਿੱਚ ਉਸ ਦੇ ਨਾਲ ਅਣਬਣ ਨਾ ਹੋਵੇ। ਇੱਥੇ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਗੱਲ ਹੈ। ਜੇ ਜਿਉਂਦੇ ਜੀ ਬੰਦਿਆਂ ਤੂੰ ਇਸ ਮਾਲਕ ਨੂੰ ਕਵੇਂ, ਹੇ ਦਾਤਿਆ ਮੇਰੀ ਜਿੰਦੜੀ ਦੀ, ਮੇਰੀ ਆਤਮਾ ਦੀ, ਹੇ ਪਰਮਾਤਮਾ ਤੇਰੇ ਨਾਲ ਬਣ ਆਵੇ, ਤੇ ਫਿਰ ਜਿਹਨੂੰ ਕੋਈ ਅਸੀਸ ਦੇਵੇ ਨਾ ਵੀ ਲੰਮੀ ਉਮਰ ਹੋਵੇ, ਉਹਨੂੰ ਇਹ ਨਾ ਉਹਨੂੰ ਆਖ ਬਈ ਮੈਨੂੰ ਅਸੀਸ ਦੇ ਕਿ ਮੇਰੀ ਰੱਬ ਦੇ ਨਾਲ ਬਣ ਆਵੇ, ਮੇਰੀ ਹੋਰਾਂ ਨਾਲ ਟੁੱਟ ਕੇ ਦਾਤੇ ਦੇ ਨਾਲ ਜੁੜ ਜਾਵੇ। ਆਹ ਅਸੀਸ ਚਾਹੀਦੀ ਹੈ। ਤੇ ਆਪਾਂ ਉਦੋਂ ਪੜ੍ਹਦੇ ਹਾਂ ਜਦੋਂ ਕੋਈ ਚਲੇ ਜਾਂਦਾ ਹੈ, ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ, ਪਰ ਜਿਉਂਦੇ ਜੀ ਕਿਆ ਕਰ ਬੰਦਿਆ ਮੇਰਾ ਮਾਲਕਾ ਤੇਰੇ ਨਾਲ ਮਿਲਾਪ ਹੋ ਜਾਵੇ। ਇਸ ਸੰਸਾਰ ਦੇ ਵਿੱਚ ਰਹਿੰਦਿਆਂ ਨਿਰੰਕਾਰ ਦਾ ਮਿਲਾਪ ਹੋਣਾ ਜ਼ਰੂਰੀ ਹੈ, ਕਿਉਂਕਿ ਮੇਰੇ ਸਾਹਿਬ ਜੀ ਕਹਿੰਦੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਵਾਰੀ ਹੈ ਤੇਰੀ, ਪਰ ਖੁੰਝਾ ਬਏਗਾ ਤੇ ਫਿਰ ਤੇ ਆਵਾ ਗਾਉਣ ਜੰਮਣ ਮਰਨ ਦਾ ਗੇੜਾ ਪਿਆ ਏ। ਬੋਡੀ ਤੇ ਘਰ ਵਿੱਚ ਪਈ ਹੁੰਦੀ ਹੈ ਤੇ ਉਹਦੀ ਆਤਮਾ ਤੇ ਕਿਸੇ ਥਾਂ ਤੇ ਚਲੇ ਵੀ ਜਾਂਦੀ ਹੈ, ਜਨਮ ਵੀ ਲੈ ਲੈਂਦੀ ਹੈ, ਸਰੀਰ ਉਹਦੇ ਲਈ ਤਿਆਰ ਹੁੰਦਾ, ਚੋਲਾ ਉਹਦੇ ਲਈ ਤਿਆਰ ਹੁੰਦਾ, ਉਹ ਸਫ਼ਰ ਕਰਨਾ ਸ਼ੁਰੂ ਕਰ ਦਿੰਦੀ ਹੈ। ਉਸੇ ਵੇਲੇ ਉਹਦਾ ਸਫ਼ਰ ਅੱਗੇ ਚੱਲ ਪੈਂਦਾ ਹੈ। ਕਹੀ ਜਾਓ ਜੋ ਮਰਜੀ, ਇਹ ਤੇ ਆਪ ਹੀ ਜੇ ਜੀਵਨ ਦੇ ਵਿੱਚ ਜੋ ਕਮਾਇਆ ਉਹ ਤੈਨੂੰ ਹੰਡਾਉਣਾ ਪੈਣਾ ਹੈ, ਜੋ ਤੂੰ ਬੀਜਿਆ ਹੈ ਉਹਦਾ ਤੈਨੂੰ ਫਲ ਪਾਉਣਾ ਹੈ। ਮੇਰੇ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ ਅੱਜ ਦੇ ਸ਼ਬਦ ਵਿੱਚ, ਜੀਵਨ ਮੁਕਤ ਮੈਂ ਤੁਕ ਲਈ ਹੈ, ਨਾ ਹੀ ਆਨੇ ਕੋਈ ਅੰਨਿਆ, ਜਿਨ੍ਹਾਂ ਨੇ ਰੱਬ ਤੋਂ ਇਲਾਵਾ ਹੋਰ ਕਿਸੇ ਨੂੰ ਆਪਣੇ ਧਿਆਨ ਦੇ ਵਿੱਚ ਨਹੀਂ ਲਿਆਂਦਾ। ਪੜ੍ਹਦੇ ਆ ਨਾ, ਪਾਹੇ ਗਹੇ ਜਬ ਤੇ ਤੁਮਰੇ, ਪਾਏ ਗਹੇ ਜਦੋਂ ਤੋਂ ਮੈਂ ਤੁਹਾਡੇ ਚਰਨ ਪੜ੍ਹੇ ਨੇ ਨਾ, ਪਾਏ ਗਹੇ ਜਬ ਤੇ ਤੁਮਰੇ ਆਂਖ ਤਰੇ, ਮੈਂ ਆਪਣੇ ਨੇਤਰਾਂ ਦੇ ਵਿੱਚ ਹੋਰ ਕਿਸੇ ਨੂੰ ਜਿਹੜਾ ਤੈਨੂੰ ਪਿਆਰ ਦਿੱਤਾ ਏ ਮੈਂ ਹੋਰ ਕਿਸੇ ਦੇ ਲਈ ਥਾਂ ਨਹੀਂ ਆਪਣੇ। ਕਈ ਵਾਰ ਕਹਿੰਦੇ ਨਾ ਮੈਂ ਦਿਲ ਫਲਾਣੇ ਨੂੰ ਦੇ ਦਿੱਤਾ, ਮੈਂ ਮਨ ਫਲਾਣੇ ਨੂੰ ਦੇ ਬੈਠਾ, ਤੇ ਜੇ ਦੇ ਹੀ ਦਿੱਤਾ ਤੇ ਹੁਣ ਆਪਣਾ ਤੇ ਕੁਝ ਨਹੀਂ ਨਾ, ਹੋਰ ਦੂਸਰੇ ਤੋਂ ਨਹੀਂ ਨਾ ਦਿੱਤਾ ਜਾ ਸਕਦਾ। ਜੇ ਤੂੰ ਬੰਦਿਆ ਆਪਣਾ ਮਨ, ਆਪਣਾ ਜਿਹੜਾ ਦਿਲ ਹੈ ਆਪਣੇ ਗੁਰੂ ਨੂੰ ਦੇ ਦਿੱਤਾ, ਹੁਣ ਥਰਡ ਪਰਸਨ ਨੂੰ ਨਹੀਂ ਦਿੱਤਾ ਜਾ ਸਕਦਾ। ਮੇਰੇ ਸਾਹਿਬ ਜੀ ਕਹਿੰਦੇ ਨੇ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ, ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨਾ ਮਾਨਿਓ। ਮੈਨੂੰ ਹੋਰ ਕਈ ਮਤਾਂਤਾਂ ਦੇ ਲੋਕ ਕਹਿੰਦੇ ਨੇ ਇੱਧਰ ਨਹੀਂ ਉੱਧਰ ਤੈਨੂੰ ਮਿਲ ਜਾਏਗਾ, ਇੱਧਰ ਨਹੀਂ ਉੱਧਰ ਜਾ। ਮੈਂ ਕਿਸੇ ਦੀ ਇੱਕ ਗੱਲ ਨਹੀਂ ਮੰਨੀ, ਕਿਉਂਕਿ ਮੇਰੇ ਗੁਰੂ ਨੇ ਕਿਹਾ ਜਾਗਤ ਜੋਤ ਅੰਨ੍ਹੇ, ਜਾਗਤ ਜੋਤ ਤੋਂ ਇਲਾਵਾ ਮੈਂ ਅੰਨ੍ਹੇ ਹੋਰ ਕਿਸੇ ਦੇ ਕੋਲ ਨਹੀਂ ਜਾਂਦਾ, ਹੋਰ ਥਾਂ ਤੇ ਨਹੀਂ ਕਿਤੇ ਭਟਕਦਾ, ਕਿਉਂਕਿ ਮੇਰੇ ਗੁਰੂ ਨੇ ਕਿਹਾ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ। ਇੱਕ ਰੱਬ ਤੋਂ ਬਿਨਾ ਨੈਕ ਤੋਂ ਭਾਵ ਹੈ ਰਤਾ, ਜਿੰਨਾ ਵੀ ਕਿਸੇ ਦੇ ਪ੍ਰਤੀ ਮੇਰੇ ਮਨ ਦੇ ਵਿੱਚ ਫੁਰਨਾ ਵੀ ਨਹੀਂ ਫੁਰਦਾ, ਖਿਆਲ ਵੀ ਨਹੀਂ ਉੱਠਦਾ, ਜਾਣਾ ਤੇ ਦੂਰ ਦੀ ਗੱਲ ਹੈ, ਫੁਰਨਾ ਵੀ ਨਾ ਫੁਰੇ। ਜੋਤ ਬਿਨਾ, ਰੱਬ ਦੀ ਜੋਤ ਤੋਂ ਬਿਨਾ, ਜਾਗਤ ਜੋਤ ਜਪੈ ਨਿਸਬਾਸਰ, ਨਿਸਬਾਸਰ ਦਿਨੇ ਰਾਤ, ਏਕ ਬਿਨਾ ਮਨ ਨੈਕ ਨਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਮੁਕੰਮਲ ਪ੍ਰਤੀਤ, ਮੁਕੰਮਲ ਪਿਆਰ। ਇਹ ਨਹੀਂ ਅਧੂਰਾ ਪਿਆਰ ਹੋਵੇ, ਉੱਤਰੋਂ ਹੋਰ ਤੇ ਅੰਦਰੋਂ ਕੁਝ ਹੋਰ ਚੱਲਦਾ ਹੋਵੇ। ਪੂਰਨ ਪ੍ਰੇਮ, ਮੁਕੰਮਲ ਪ੍ਰੇਮ, ਪੂਰਨ ਪ੍ਰੇਮ ਪ੍ਰਤੀਤ ਸਜਾ, ਬ੍ਰਤ ਗੌਰ ਮੜੀ, ਬ੍ਰਤ ਵਰਤ ਗੌਰ ਕਬਰ, ਇਹ ਮੜੀਆਂ। ਗੌਰ ਉਹਨੂੰ ਕਹਿੰਦੇ ਨੇ ਕਬਰ ਜਿਹਦੇ ਵਿੱਚ ਡੈੱਡ ਬੋਡੀ ਪਈ ਹੁੰਦੀ ਹੈ, ਮੜੀ ਉਹਨੂੰ ਕਹਿ ਦਿੰਦੇ ਨੇ ਜਿੱਥੇ ਬੋਡੀ ਨੂੰ ਜਲਾਇਆ ਜਾਂਦਾ ਤੇ ਉੱਥੇ ਰਾਖ ਰੂਖ ਇਕੱਠੀ ਜੀ ਕਰ ਦਿੱਤੀ ਹੋ ਜਾਵੇ, ਉਹਨੂੰ ਮੜੀ ਆਖ ਦਿੰਦੇ।
ਗੌਰ ਉਹਨੂੰ ਕਹਿੰਦੇ ਨੇ ਕਬਰ ਨੂੰ ਮਿੱਟੀ ਪੁੱਟ ਕੇ ਜਿਹਦੇ ਵਿੱਚ ਡੈਡ ਬੋਡੀ ਰੱਖ ਦਿੱਤੀ ਜਾਂਦੀ ਹੈ। ਇੱਥੇ ਕਿਹਾ ਜੋਤ, ਇੱਕ ਜੋਤ ਦੇ ਨਾਲ ਜੁੜ ਕੇ ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੌਰ ਮੜੀ ਮਟ ਭੂਲ ਨਾ ਮੰਨੈ। ਇਹ ਮੜੀਆਂ ਮਟ ਥਾਂ ਥਾਂ ਤੇ ਜਿਹੜੇ ਥਾਂ ਬਣਾਏ ਹੋਏ ਨੇ, ਮਤ ਮੈਂ ਭੁੱਲ ਕੇ ਵੀ ਨਹੀਂ ਜਾ ਕੇ ਉੱਥੇ ਮੱਥਾ ਟੇਕਦਾ, ਭੁੱਲ ਕੇ ਵੀ ਨਾ ਮੈਂ ਉਧਰ ਜਾਂਦਾ, ਭੁੱਲ ਕੇ ਵੀ ਮੈਂ ਉਸ ਨੂੰ ਨਮਸਕਾਰ ਨਹੀਂ ਕਰਦਾ, ਸਜਦਾ ਨਹੀਂ ਕਰਦਾ। ਕਿਉਂ? ਮੈਂ ਤੇ ਕਦੇ ਫੁਰਨਾ ਵੀ ਨਹੀਂ ਫਿਰਦਾ ਜਾ ਕੇ ਉੱਥੇ ਜਾਣਾ ਤੇ ਦੂਰ ਦੀ ਗੱਲ ਰਹਿ ਗਈ। ਮੇਰੇ ਅੰਦਰ ਤੇ ਆਪਣੇ ਗੁਰੂ ਤੋਂ ਇਲਾਵਾ ਕਦੀ ਖਿਆਲ ਵੀ ਨਹੀਂ ਆਇਆ, ਕਿਉਂਕਿ ਮੈਨੂੰ ਇਹ ਪਤਾ ਲੱਗ ਗਿਆ ਕਿ ਇੱਕ ਰੱਬ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਤੇ ਚਲਾਉਣ ਵਾਲਾ ਹੈ, ਮਾਰਨ ਤੇ ਰੱਖਣ ਵਾਲਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਜਿਸ ਹਿਰਦੈ ਭਗਵੰਤ, ਜਿਸ ਦੇ ਹਿਰਦੇ ਘਰ ਦੇ ਵਿੱਚ ਉਹ ਭਗਵੰਤ ਭਗਵਾਨ ਮੀਨਸ ਪ੍ਰਮਾਤਮਾ ਵਸ ਜਾਂਦਾ ਹੈ, ਜਿਸ ਦੇ ਹਿਰਦੇ ਘਰ ਵਿੱਚ ਉਸ ਪ੍ਰਮਾਤਮਾ ਦਾ ਟਿਕਾਣਾ ਬਣ ਜਾਵੇ, ਉਹ ਭਾਗਿਆਸ਼ਾਲੀ ਹੋ ਜਾਂਦਾ। ਭਗਵੰਤ ਭਾਗਿਆਵਾਨ, ਭਾਗਿਆਸ਼ਾਲੀ ਜਿਹਨੂੰ ਅਸੀਂ ਕਹਿੰਦੇ ਆ ਭਾਈ। ਫਿਰ ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਧਨ ਸੰਚੋ ਹੋਵੋ ਭਗਵੰਤ, ਹੋਵੋ ਭਗਵੰਤ, ਤੂੰ ਆਪ ਰੱਬ ਬਣ ਜਾ। ਕਈ ਵਾਰੀ ਅਸੀਂ ਕਹਿ ਦਿੰਦੇ ਆ ਨਾ ਸੁਭਾਵਕ ਹੀ, ਨਿੱਕਾ ਜਿਹੜਾ ਨਿਆਣਾ ਹੁੰਦਾ ਹੈ ਨਾ, ਨਿੱਕਾ ਬੱਚਾ ਰਿੜਦਾ ਫਿਰਦਾ ਹੋਵੇ, ਉਹਨੂੰ ਕੀ ਆਖਦੇ ਅਸੀਂ? ਜੇ ਕੋਈ ਉਹਨੂੰ ਅਪਸ਼ਬਦ ਬੋਲ ਕਹਿ ਦੇ, ਜਾਂ ਪੈਰ ਦਾ ਠੁੱਡ ਮਾਰ ਦੇ, ਜਾਂ ਉਹਨੂੰ ਐਵੇਂ ਝਿੜਕ ਦੇਵੇ, ਜਾਂ ਬੋਲ ਕਬੋਲ ਕਹਿ ਦੇ, ਤੇ ਸਿਆਣਾ ਕੋਲ ਬੰਦਾ ਬੈਠਾ ਹੁੰਦਾ ਵੀ ਇਹਨੂੰ ਕਿਉਂ ਕਹਿ ਰਿਹਾ ਹੈ, ਇਹਨੂੰ ਤੂੰ ਪੈਰ ਕਿਉਂ ਮਾਰ ਦਿੱਤਾ ਹੈ, ਇਹਨੂੰ ਤੂੰ ਡਾਂਟ ਕਿਉਂ ਦਿੱਤਾ ਹੈ? ਕਿਉਂ? ਰੱਬ ਦਾ ਰੂਪ ਹੈ। ਹੁਣ ਬੱਚੇ ਨੂੰ ਰੱਬ ਦਾ ਰੂਪ ਕਿਉਂ ਆਖਿਆ ਗਿਆ? ਕਾਰਨ ਕੀ ਹੈ? ਕਿ ਉਹਦੇ ਵਿੱਚ ਕੋਈ ਅਜੇ ਛਲ ਨਹੀਂ ਹੈ, ਕੋਈ ਵਿਕਾਰ ਨਹੀਂ ਹੈ, ਕੋਈ ਕਪਟ ਨਹੀਂ ਹੈ, ਕੋਈ ਉਹਦੇ ਵਿੱਚ ਪਾਪ ਨਹੀਂ ਹੈ। ਇਸ ਕਰਕੇ ਨਿੱਕਾ ਨਿਆਣਾ ਜਿਹੜਾ ਰਿੜਨ ਵਾਲਾ ਹੈ, ਉਸ ਨੂੰ ਰੱਬ ਦਾ ਰੂਪ ਆਖਿਆ ਗਿਆ, ਰੱਬ ਦਾ ਰੂਪ ਕਿਹਾ ਗਿਆ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਬੰਦਿਆ ਤੂੰ ਰੱਬ ਦਾ ਰੂਪ ਬਣ ਜਾ, ਰੱਬ ਦਾ ਰੂਪ ਬਣ ਜਾ। ਰੱਬ ਦਾ ਰੂਪ ਕਿਵੇਂ ਬਣਿਆ ਜਾਂਦਾ ਹੈ? ਜਿੱਦਣ ਤੇਰੇ ਅੰਦਰੋਂ ਛਲ ਨਿਕਲ ਗਏ, ਕਪਟ ਨਿਕਲ ਗਏ, ਵਿਕਾਰ ਨਿਕਲ ਗਏ, ਪਾਪ ਨਿਕਲ ਗਏ, ਤੇਰੇ ਮਾੜੇ ਜਿਹੜੇ ਅੰਦਰ ਦੇ ਖਿਆਲ ਨਿਕਲ ਗਏ, ਗੁਰੂ ਦੇ ਗੁਣ ਗਾਉਂਦਿਆਂ ਔਗਣ ਨਿਕਲ ਗਏ, ਤੇ ਫਿਰ ਰੱਬ ਦਾ ਰੂਪ ਹੋ ਜਾਏਗਾ। ਕਈ ਵਾਰੀ ਅਸੀਂ ਬੰਦੇ ਨੂੰ ਵੀ ਕਹਿ ਦਿੰਦੇ ਆ ਫਲਾਣਾ ਤੇ ਬੰਦਾ ਬੜਾ ਪਰਉਪਕਾਰੀ ਹੈ। ਕੀ ਹੈ? ਤੇ ਉਹ ਤੇ ਰੱਬ ਦਾ ਰੂਪ ਹੀ ਹੈ, ਰੱਬ ਦਾ ਉਹ ਰੂਪ ਹੀ ਹੈ। ਕਿਉਂ? ਕਿ ਉਹ ਹੁਣ ਪਰਉਪਕਾਰੀ ਹੋ ਗਿਆ। ਉਹ ਆਪਣਾ ਨਿਰਾ ਜੀਵਨ ਨਹੀਂ ਜੀਵਦਾ, ਉਹ ਦੂਸਰਿਆਂ ਦੇ ਲਈ ਜੀਵਨ ਲੱਗ ਪਿਆ ਹੈ। ਕਈ ਮਨੁੱਖ ਅਸੀਂ ਸਾਰੇ ਆਪਣੇ ਜੀਵਨ ਲਈ ਜਿਉਂਦੇ ਹਾਂ, ਪਰ ਜਦੋਂ ਮਨੁੱਖ ਪਰਉਪਕਾਰੀ ਹੋ ਜਾਂਦਾ ਹੈ, ਦੂਸਰਿਆਂ ਦੇ ਲਈ ਜੀਵਨ ਲੱਗ ਪੈਂਦਾ ਹੈ, ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਉਹ ਭਾਗਿਆਸ਼ਾਲੀ ਭਗਵੰਤ ਰੱਬ ਦਾ ਰੂਪ ਬਣ ਜਾਂਦਾ ਹੈ। ਪਰ ਉਹ ਰੱਬ ਦਾ ਰੂਪ ਕਦੋਂ ਬਣਦਾ? ਇਹ ਤਨ ਸੰਚੋ, ਸੰਚੋ ਮੀਨਸ ਇਕੱਠਾ ਕਰਨਾ, ਇਕੱਤਰ ਕਰਨਾ। ਜਿਵੇਂ ਮਨੁੱਖ ਦਿਨੇ ਰਾਤ ਭੱਜ ਨੱਠ ਕੇ ਹਾਰਡ ਵਰਕ ਕਰਕੇ ਆਪਣੀ ਦੇਹੀ ਤੋੜ ਕੇ ਖੂਨ ਪਸੀਨਾ ਇੱਕ ਕਰਕੇ ਦੁਨਿਆਵੀ ਧਨ ਇਕੱਠਾ ਕਰਦਾ ਹੈ ਨਾ, ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ ਉਹ ਵੀ ਦਿਨੇ ਰਾਤ ਰੱਬ ਵਿੱਚ ਜੁੜੇ ਰਹਿੰਦੇ ਨੇ। ਰਾਤ ਨੂੰ ਅੱਧੀ ਰਾਤ ਵੀ ਉੱਠ ਕੇ ਬੈਠੇ ਹੁੰਦੇ ਨੇ, ਫਲਾਣਿਆ ਤੈਨੂੰ ਨੀਂਦਰ ਨਹੀਂ ਆਉਂਦੀ? ਕਹਿੰਦਾ ਕੋਈ ਨਹੀਂ ਆਉਂਦੀ। ਤੂੰ ਹੁਣੇ ਹੀ ਮੰਜੀ ਤੇਰੀ ਹਿੱਲਣ ਡਈ ਸੀ, ਤੂੰ ਹੁਣੇ ਹੀ ਬਾਲਟੀ ਤੇ ਡੱਬਾ ਚੁੱਕੀ ਫਿਰਦਾ ਸੀ, ਖੜਕਦੇ ਫਿਰਦੇ ਸਨ ਭਾਂਡੇ, ਕੀ ਕਰ ਰਿਹਾ ਸੀ? ਮੈਂ ਇਸ਼ਨਾਨ ਕੀਤਾ ਸੀ, ਅੰਮ੍ਰਿਤ ਵੇਲਾ ਹੋ ਗਿਆ ਸੀ। ਕਿਉਂਕਿ ਮੇਰੇ ਗੁਰੂ ਨੇ ਕਿਹਾ ਸੀ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ, ਉਠ ਹਰ ਨਾਮ ਧਿਆਵੈ, ਉਦਮ ਕਰੇ ਪਰ ਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤਸਰ ਨਾਵੇ। ਮੇਰੇ ਗੁਰੂ ਦਾ ਹੁਕਮ ਹੈ ਕਿ ਮੈਂ ਉਸ ਮਾਲਕ ਦੀ ਇਬਾਦਤ ਵਿੱਚ ਜੁੜਿਆ, ਉਸ ਮਾਲਕ ਦੀ ਬਾਣੀ ਨਾਲ ਜੁੜਿਆ, ਬਾਣਾ ਤੇ ਬਾਣੀ ਦੇ ਨਾਲ ਜੁੜ ਗਿਆ। ਪਰ ਗੁਰੂ ਪਿਆਰਿਓ ਇਸ਼ਾਰਾ ਹੀ ਮੈਂ ਤਾਂ ਦਿੱਤਾ ਹੈ, ਜਿਵੇਂ ਬਿੰਦਾ ਮਨੁੱਖ ਦਿਨੇ ਰਾਤ ਆਪਣਾ ਜਿਹੜਾ ਮਨੁੱਖਾ ਜਨਮ ਹੈ ਸੰਸਾਰੀ ਪਦਾਰਥਾਂ ਦੇ ਲਈ ਦਾਅ ਤੇ ਲਾ ਦਿੰਦਾ ਹੈ, ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ ਨਾ, ਰੱਬ ਦੀ ਪ੍ਰਾਪਤੀ ਕਰਨ ਲਈ ਆਪਣਾ ਮਨੁੱਖਾ ਜਨਮ ਦਾਅ ਤੇ ਲਾ ਦਿੰਦੇ ਨੇ। ਤੇ ਜਿਹੜਾ ਕੋਈ ਕਿਸੇ ਟਾਰਗੇਟ ਨੂੰ ਲੈ ਕੇ ਚੱਲੇ ਵੀ ਮੈਂ ਆਪਣੇ ਜੀਵਨ ਦੇ ਵਿੱਚ ਇਹ ਵਸਤੂ ਹਾਸਲ ਕਰਨੀ ਹੈ, ਕੋਈ ਦੁਨੀਆ ਦੀ ਇਹੋ ਜਿਹੀ ਚੀਜ਼ ਨਹੀਂ ਹੈ ਜਿਹੜਾ ਬੰਦੇ ਦੇ ਨੂੰ ਉਹ ਹਾਸਲ ਨਾ ਹੋ ਸਕੇ। ਬਸ ਬੰਦੇ ਦਾ ਟਾਰਗੇਟ ਹੋਣਾ ਚਾਹੀਦਾ ਹੈ ਵੀ ਇਸ ਵਸਤੂ ਨੂੰ ਮੈਂ ਹਾਸਲ ਕਰਨਾ। ਮੈਂ ਇਥੋਂ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਕਹਿੰਦਾ
कोई दुनिया की चीज़ नहीं है जिहड़ी बंदे नूं उस नूं हासिल ना होवे। पर जे बंदिया तेरा टारगेट होवे, तेरा निशाना होवे कि मैं गुरु की प्राप्ति करनी है, तो गुरु भी जरूर तेनों मिल जाएगा। परमात्मा की भी तेनों प्राप्ति हो जाएगी, पर तेरा जिंदगी का निशाना, तेरा टारगेट होना चाहिए कि रब वर्गा होना है, परमात्मा की मैं प्राप्ति करनी है। क्योंकि असीं पढ़ते हैं ना, गोबिंद 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 संग नाम देहो मन लीना। ये भगतां दी बाणी है, भगतां दे परथाए गुरु साहब जी ने कहा। सारियां दे वेखियो इस शब्द दे विच नाम आ जाने ने, जिहड़ियां ने बाणी, जिहड़े भगतां दी बाणी आपां गुरु ग्रंथ साहब महाराज भी आपां मत्था भी टेकदे आ। क्या गोबिंद 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 संग नाम दियो मन लीना। आड़ दम को शीपरो होयो लाखीना। बुनना तनना त्याग कै प्रीत चरण कबीरा। नीच कुला जो लाहरा भयो गुणी गहीरा। रविदास ढवंता ढोर नीत। तिन त्यागी माया प्रगट होवा साध संग हर दर्शन पाया। सैन नाई बुत कारिया ओ घर घर सुनिया। हृदय वसिया पार ब्रह्म भगतां मह गनिया। हिरदे वसिया पार ब्रह्म, रब उन्हां दे हिरदे घर विच आके वस गया ते ओ भगतां दे विच उन्हां दी गिणती हो गई। हिरदे वसिया पार ब्रह्म भगतां मह गनिया। यह बिद सुन के, यह बिद इस तरह सुन के, यह बिद सुन के जाटर उठ भगती लागा। धन्ने की गल कीती है शब्द विच। जदों धन्ने नूं पता लग गया ना, सैन नाई नूं भी रब मिल गया, भगत कबीर नूं भी प्राप्ति हो गई। ते रविदास जिहड़ा डंगर ढोर पिंड चों चुक के ले जांदा सी, चम लाउंदा जोड़े बनाउंदा सी, रब ओनूं भी मिल गया। ते हल वाउण वाला, खेती करन वाला जट जिमीदार धन्ना कहिंदा है मैनूं रब नहीं मिल सकदा। जे इन्हां सारियां नूं मिल सकदा है ते मैनूं नहीं मिल सकदा। जे ये रब की प्राप्ति कर सकते हैं तो मैनू भी तो रब मिल सकता है। मन में सीधा जा ख्याल एम लैके बह गया, कहता मैनू भी मिल सकता है। करन लग पिया बंदगी सच्चे दिलों, पवित्र दिल तो। जदों यह बिद इस तरह सुनिया, यह बिद सुन के जाटर उठ भगती लागा। फिर मिले परतख गो साइयां। गो धरती, साई धरती का मालक परतख रूप में आके सामने खलो गया। क्या धन्या दस की मंगदा है। यह बिद सुन के जाटर उठ भगती लागा। कह मिले परतख गो साइयां। धन्ना वडभागा, धन्ना वड्डियां भागां वाला हो गया। जदों उन्हें जपिया, जदों उन्हें उस मालक नूं याद किया। सच जानियो जिहड़ा उस मालक नूं दिलों मुहब्बत करदा है, दिलों मुहब्बत जिन सही सच्चिया। जिन मन होर मुख होर से कांडे कच्चिया। जिन्हां दे मन विच कुछ होर है, मुख विच कुछ होर है, वो कच्चे ने। सच्चे वो ने जिन मन, जिन्हां दे मन दे विच वो रब आप वसदा पिया है, वो सच्चे ने। पर जेड़े मुख विच कुछ होर ते बाहरों कुछ होर, मेरे सतगुरु जी कहते ने कच्चे। ते जिन्हां जेड़े सच्चे ने मिला परतख गो साइयां। धन्ना वडभागा गो धरती का मालक उन्होंने आके प्रतख रूप में मिलता है। मेरे साहिब जी कहते ने पर किन्हां नूं बिन भगवंत, जेड़े रब तो बिना इधर उधर होर पासे नहीं जाते। बिन भगवंत नहीं अन्न कोई अन्य। अन्य तो भाव होर किसे नूं अपने मन दे विच थां नहीं देंदे। ते जेड़े अन्य होर किसे वल ध्यान नहीं देंदे, फिर जीवन मुक्त सो आखी है। सो वो जीवदे ही मुक्त हो जाते ने। उन्होंने विकार छड़ जाते ने, वो नरदईपुणा उन्होंने अंदरों निकल जाता है। वो पंज छड़ देंदे, पंच मनाए पंच वसाए। पंज छड़ दिते, पंजां नूं रसाया ते पंजां नूं मना लिया। किहड़े पंज रसाए? काम क्रोध लोभ मोह हंकार। ते पंज किहड़े वसा लए? अपने हिरदे घर दे विच सत संतोख दया धर्म धीरज। सत भी आ गया, संतोख भी आ गया, धर्म भी आ गया, दया भी आ गई, ते उन्हां दे अंदर धीरज आ गई। ਜਿਹੜੇ ਪੰਜਾਂ ਨੂੰ ਰਸਾਉਂਦੇ ਨੇ ਤੇ ਪੰਜਾਂ ਨੂੰ ਮਨਾਉਂਦੇ ਨੇ। ਹੁਣ ਆਪਾਂ ਜਿਹਨਾਂ ਨੂੰ ਆਪਾਂ ਰਸਾਉਣਾ ਸੀ ਉਹਨਾਂ ਨੂੰ ਤੇ ਮਨਾਉਂਦੇ ਰਹਿੰਦੇ ਆ ਦਿਨੇ ਰਾਤ, ਤੇ ਜਿਹਨਾਂ ਨੂੰ
ਮਨਾਉਣਾ ਸੀ ਉਹਨਾਂ ਨੂੰ, ਰਸਾਈ ਬੈਠੇ। ਗੱਲ ਆ ਹੈ ਮੇਰੇ ਸਾਹਿਬ ਜੀ ਕਹਿੰਦੇ ਨੇ, ਐ ਮਨੁੱਖ ਨਾਮ ਵਿਸਾਰ ਲੱਗਾ ਅੰਨ ਸਵਾਏ। ਅੰਨ ਅੰਨ੍ਯ, ਮੈਂ ਇੱਥੇ ਫਿਰ ਆ ਗਿਆ। ਅੰਨ੍ਯ ਤੋਂ ਭਾਵ ਹੈ ਹੋਰ ਕਿਸੇ ਨੂੰ। ਨਾਮ ਵਿਸਾਰ ਕੇ ਤੂੰ ਹੋਰ ਹੋਰ ਸਵਾਦਾਂ ਪਦਾਰਥਾਂ ਦੇ ਵਿੱਚ ਪਿਆ ਹੈ, ਹੋਰ ਹੋਰ ਸਵਾਦ ਲੈਂਦਾ ਫਿਰਦਾ ਹੈ। ਕਦੇ ਕਿਸੇ ਦਰ ਤੇ, ਕਦੇ ਕਿਸੇ ਦਰ ਤੇ ਤੂੰ ਸਵਾਦ ਹੀ ਚੱਖਦਾ ਫਿਰਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਤਾਂ ਕੀ ਆਸ ਨ ਪੂਜੈ ਕਾਏ। ਕਾਏ ਤੋਂ ਭਾਵ ਹੈ ਕਦੀ ਵੀ। ਉਹਦੀ ਜਿਹੜੀ ਮਨ ਦੀ ਆਸ ਹੈ ਨਾ, ਜਿਹੜੀਆਂ ਲੈ ਕੇ ਤੁਰਿਆ ਫਿਰਦਾ ਹੈ, ਕਦੀ ਪੂਰੀਆਂ ਨਹੀਂ ਹੋ ਸਕਦੀਆਂ। ਕਿ ਉਹ ਨਾਮ ਵਿਸਾਰ ਕੇ ਅੰਨ ਸਵਾਏ, ਅੰਨਿਆ ਹੋਰ ਥਾਂ ਤੇ ਤੁਰ ਗਿਆ। ਰੱਬ ਨੂੰ ਛੱਡ ਕੇ ਮਾਨੁਖ ਕੀ ਟੇਕ। ਮੇਰਾ ਬਾਪੂ ਕਹਿੰਦਾ, ਬਿਰਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ। ਮਨੁੱਖਾਂ ਦਾ ਸਹਾਰਾ ਬਣਾਈ ਫਿਰਦਾ ਹੈ, ਤਰ੍ਹਾਂ ਤਰ੍ਹਾਂ ਦੇ ਸਵਾਦ ਲੈਂਦਾ ਫਿਰਦਾ, ਦਰ ਦਰ ਤੇ ਭਟਕਦਾ ਫਿਰਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਤਾਂ ਕਿ ਉਸ ਦੀ ਆਸ ਨਾ ਪੂਜੈ, ਕਦੀ ਪੂਰੀ ਨਹੀਂ ਹੁੰਦੀ ਜਿਹੜਾ ਦਰ ਦਰ ਤੇ ਭਟਕਦਾ ਹੈ। ਐਸਾ ਪ੍ਰਭ ਛੋੜ ਬਿਨ ਭਗਵੰਤ। ਪਾਤਸ਼ਾਹ ਕਹਿੰਦੇ ਨੇ, ਰੱਬ ਤੋਂ ਬਿਨਾ ਹੋਰਾਂ ਹੋਰਾਂ ਤੇ ਭਟਕਦਾ ਫਿਰਦਾ ਹੈ, ਗੱਲ ਨਹੀਂ ਬਣਨੀ। ਐਸਾ ਪ੍ਰਭ ਛੋੜ, ਛੋੜ ਕੇ ਛੱਡ ਕੇ ਭਾਵ ਐਸਾ ਰੱਬ ਛੱਡ ਕੇ ਜਿਹੜਾ ਦੀਨਾਂ ਉੱਤੇ ਦਇਆ ਕਰਦਾ ਹੈ। ਕਰਹਿ ਅਨ ਸੇਵਾ, ਤੂੰ ਅੰਨ੍ਯ ਫਿਰ ਆ ਗਿਆ। ਅੰਨ੍ਯ, ਅੰਨ੍ਯ ਤੋਂ ਭਾਵ ਹੈ ਹੋਰਾਂ ਹੋਰਾਂ ਦੀ ਸੇਵਾ ਕਰਦਾ ਫਿਰਦਾ ਹੈ, ਹੋਰਾਂ ਹੋਰਾਂ ਦੇ ਖਰਾਵੜੇ ਤੂੰ ਘੁੱਟਦਾ ਫਿਰਦਾ ਹੈ। ਕਦੇ ਕਿਸੇ ਦੇ ਪੈਰਾਂ ਵਿੱਚ ਬਹਿ ਜਾਣਾ ਹੈ, ਕਿਸੇ ਦੇ ਗੋਡੇ ਫੜਦਾ ਹੈ, ਤੇ ਨਿੱਕੀਆਂ ਨਿੱਕੀਆਂ ਦਿੰਦੀਆਂ ਵੀ ਕੱਢਦਾ ਏ। ਬਈ ਮੈਂ ਇਸ ਦੇ ਮਨ ਨੂੰ ਬੜਾ ਐਨ ਸਿੱਧਾ ਜਿਹਾ ਬਣ ਜਾਵਾਂ, ਬੜਾ ਆਪਣਾ ਲਿਬਾਸ ਵੇਸ ਹੋਰ ਤਰ੍ਹਾਂ ਦਾ ਬਣਾਉਣਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਨਾਮ ਵਿਸਾਰ, ਨਾਮ ਨੂੰ ਵਿਸਾਰ ਕੇ ਐਸਾ ਪ੍ਰਭ ਛੋੜ। ਐਵੇਂ ਜਾਂ ਰੱਬ ਛੱਡ ਕੇ ਕਰੈ ਅਨ ਸੇਵਾ। ਅੰਨ੍ਯ ਹੋਰਾਂ ਦੀ ਸੇਵਾ ਕਰਦਾ ਹੈ, ਕੋਈ ਬੁੱਤਾਂ ਦੀ ਸੇਵਾ ਕਰਦਾ ਹੈ। ਕਦੇ ਕੋ ਬੁਤਾਨ ਕਪੂਜਿਤ ਹੈ ਪਸ, ਕਦੀ ਪਸ਼ੂਆਂ ਦੀ ਪੂਜਾ ਕਰਦਾ ਫਿਰਦਾ, ਵੀ ਪਸ਼ੂ ਦੇ ਕੋਲੋਂ ਹੀ ਰੱਬ ਮਿਲ ਜਾਏਗਾ। ਇਹ ਤੇ ਚੀਜ਼ਾਂ ਤੈਨੂੰ ਵਰਤਣ ਵਾਸਤੇ ਦਿੱਤੀਆਂ ਸਨ। ਪਾਣੀ ਤੈਨੂੰ ਵਰਤਣ ਵਾਸਤੇ ਦਿੱਤਾ ਸੀ, ਬਨਸਪਤੀ ਤੈਨੂੰ ਆਕਸੀਜਨ ਦੇ ਲਈ ਦਿੱਤੀ ਹੈ। ਇਹ ਵਸਤੂਆਂ ਜਿੰਨੀਆਂ ਵੀ ਤੈਨੂੰ ਰੱਬ ਨੇ ਦਿੱਤੀਆਂ ਨੇ, ਤੇਰੀਆਂ ਲੋੜਾਂ ਦੇ ਲਈ ਦਿੱਤੀਆਂ ਨੇ, ਤੈਨੂੰ ਪੂਜਾ ਕਰਨ ਵਾਸਤੇ ਨਹੀਂ। ਰੱਬ ਨਹੀਂ ਇਹਨਾਂ ਨੂੰ ਸਮਝ। ਜਿਹੜਾ ਤੈਨੂੰ ਇਹ ਵਸਤੂਆਂ ਦੇਣ ਵਾਲਾ ਹੈ ਉਸ ਨੂੰ ਸਮਝ। ਉਹ ਜਿਹੜਾ ਦੇ ਰਿਹਾ, ਤੈਨੂੰ ਪ੍ਰੋਵਾਈਡ ਕਰਵਾ ਰਿਹਾ। ਮੇਰੇ ਸਾਹਿਬ ਜੀ ਕਹਿੰਦੇ ਨੇ, ਕਰਹਿ ਅੰਨ ਸੇਵਾ ਕਵਨ ਵਿਖਿਆ ਰਸ ਮਾਤਾ। ਵਿਖਿਆ, ਵਿਖਿਆ ਕਹਿੰਦੇ ਨੇ ਦੁਨਿਆਵੀ ਪਦਾਰਥਾਂ ਦੇ ਵਿੱਚ ਰਸ ਲੈਂਦਾ ਫਿਰਦਾ। ਮਾਤਾ ਤੋਂ ਭਾਵ ਹੈ ਮੱਤਿਆ ਹੋਇਆ, ਮਸਤ ਹੋਇਆ ਹੋਇਆ ਹੈ। ਕਿਉਂ ਮਸਤ ਹੋਇਆ ਹੈ? ਕਿ ਰੱਬ ਦੇ ਨਾਮ ਨੂੰ ਛੱਡ ਕੇ ਹੋਰਾਂ ਪਾਸੇ ਮਸਤ ਹੋਇਆ ਫਿਰਦਾ ਹੈ। ਅੰਨ੍ਯ ਹੋਰ ਹੋਰ ਪਦਾਰਥਾਂ ਵਿੱਚ ਤੁਰਿਆ ਫਿਰਦਾ ਹੈ। ਤੇ ਮੇਰਾ ਸਤਿਗੁਰੂ ਜੀ ਕਹਿੰਦਾ ਏ, ਤੂੰ ਕਦੀ ਉਹਦਾ ਖਿਆਲ ਹੀ ਨਹੀਂ ਕੀਤਾ। ਮਾਰੈ ਰਾਖੈ, ਜਿਹੜਾ ਮਾਰਨ ਤੇ ਜਿਵਾਲਣ ਵਾਲਾ ਹੈ। ਕੱਲਾ ਸੋਏ ਉਹ ਇੱਕੋ ਹੀ, ਉਸ ਤੋਂ ਇਲਾਵਾ ਹੋਰ ਕੋਈ ਨਹੀਂ। ਅਸੀਂ ਸਾਰੇ ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ, ਸਭਨਾ ਜੀਆਂ ਕਾ ਇੱਕ ਦਾਤਾ, ਇੱਕੋ ਹੈ ਭਾਈ, ਇੱਕੋ ਹੈ। ਇੱਕ ਇੱਕ ਦੀ ਗੱਲ ਕਰਦੇ ਹਾਂ। ਗੁਰੂ ਨਾਨਕ ਨੇ ਇੱਕ ਦੀ ਗੱਲ ਕੀਤੀ, 1430 ਅੰਗ ਲਿਖ ਦਿੱਤੇ ਗੁਰੂ ਕੀ ਬਾਣੀ ਦੇ, ਪਰ ਸਾਨੂੰ ਇੱਕ ਦੀ ਸਮਝ ਨਹੀਂ ਆਈ। ਸਾਨੂੰ ਇੱਕ ਦੇ ਨਾਲ ਅਸੀਂ ਫਿਰ ਵੀ ਨਹੀਂ ਜੁੜੇ। ਅਸੀਂ ਇੱਕ ਛੱਡ ਕੇ ਦੂਜਿਆਂ ਦੇ ਦੂਜਾ ਲੱਗਾ ਹੈ ਤੇ ਦੂਜੇ ਨਾਲ ਤੁਰੇ ਫਿਰਦੇ ਹਾਂ, ਦੂਜੇ ਪਾਸੇ ਤੁਰੇ ਫਿਰਦੇ ਹਾਂ। ਮੇਰੇ ਪਾਤਸ਼ਾਹ ਸਾਨੂੰ ਰੋਜ਼ ਕਹਿੰਦੇ ਨੇ, ਇੱਕ ਹੈ ਭਾਈ, ਇੱਕ ਹੈ, ਇੱਕ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਮਾਰੈ ਰਾਖੈ, ਜਿਹੜਾ ਮਾਰਨ ਤੇ ਜਿਵਾਲਣ ਵਾਲਾ ਇੱਕੋ ਹੀ ਹੈ। ਸੋਏ ਉਹੋ ਹੀ। ਫਿਰ ਜੀ, ਗੁਰ ਕਾ ਸ਼ਬਦ ਰਾਖ ਮਨ ਮਾਹੇ। ਤੇ ਜਿਹੜਾ ਇੱਕ ਹੈ ਨਾ, ਉਸ ਨਾਲ ਜੇ ਤੂੰ ਜੁੜਨਾ ਹੈ, ਉਥੋਂ ਤੱਕ ਆਪਣੀ ਪਹੁੰਚ ਬਣਾਉਣੀ ਹੈ। ਜੇ ਵਿਛੋੜਾ ਜਿਹੜਾ ਮੁਕਾਉਣਾ ਹੈ, ਤੇ ਫਿਰ ਮਨ ਦੇ ਵਿੱਚ ਰੱਖ। ਰੱਖ ਤੋਂ ਭਾਵ ਹੈ ਟਿਕਾਲ ਹੈ। ਕੀ ਟਿਕਾਲ ਹੈ?
ਗੁਰ ਕਾ ਸ਼ਬਦ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਮਨ ਵਿੱਚ ਟਿਕਾ ਕੇ ਰੱਖ। ਪਰ ਅਸੀਂ ਸਿੱਖਿਆ ਟਿਕਾਉਂਦੇ ਨਹੀਂ ਆ। ਮਨ ਦੇ ਵਿੱਚ ਕਿੱਥੇ ਗਿਆ ਹੈ ਮੇਰੇ ਪਾਤਸ਼ਾਹ ਨੇ? ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ ਨੂੰ ਟਿਕਾ ਲੈ। ਮਨ ਦੇ ਵਿੱਚ ਤੇਰੇ ਗੁਰੂ ਦਾ ਸ਼ਬਦ ਚੱਲਦਾ ਰਵੇ, ਤੂੰ ਦ੍ਰਿੜ ਕਰਦਾ ਰਵੇਂ, ਤੇ ਫਿਰ ਕੀ ਹੋਵੇਗਾ ਸਤਿਗੁਰੂ ਜੀ? ਜਦੋਂ ਮੈਂ ਮਨ ਦੇ ਵਿੱਚ ਗੁਰੂ ਦਾ ਸ਼ਬਦ ਟਿਕਾ ਲਵਾਂਗਾ, ਫਿਰ ਹੋਵੇਗਾ ਕੀ? ਮੇਰੇ ਸਾਹਿਬ ਜੀ ਫਿਰ ਕਹਿੰਦੇ ਨੇ, ਫਿਰ ਪਤਾ ਇਹਦੀ ਨਿਸ਼ਾਨੀ ਇਹ ਹੈ, ਜਿਹਨਾਂ ਦੇ ਅੰਦਰ ਮਨ ਦੇ ਅੰਦਰ ਗੁਰੂ ਦਾ ਸ਼ਬਦ ਟਿਕ ਗਿਆ ਨਾ, ਸਭ ਜਾਹੇ ਚਿੰਤਾ, ਸਾਰੀ ਉਹਦੀ ਚਿੰਤਾ ਦੂਰ ਹੋ ਜਾਂਦੀ ਹੈ। ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਜਿਨ੍ਹਾਂ ਨੇ ਮਨ ਦੇ ਅੰਦਰ ਆਪਣੇ ਮਨ ਵਿੱਚ ਗੁਰੂ ਦੇ ਸ਼ਬਦ ਨੂੰ ਟਿਕਾ ਲਿਆ ਨਾ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਸਭ ਜਾਹੇ ਕੀ ਜੀ ਚਿੰਤਾ, ਉਹਦੀ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ। ਚਿੰਤਾ ਤੁਰ ਨਹੀਂ ਰਹਿੰਦਾ ਉਹਦੇ, ਚਿੰਤਾ ਝੋਰੇ ਤੌਖਲੇ ਜਿਹੜੇ ਅੰਦਰ ਉਹਦੇ ਕਈ ਪ੍ਰਕਾਰ ਦੇ ਫੁਰਨੇ ਫੁਰਦੇ ਨੇ, ਸਾਰੇ ਚਿੰਤਾਵਾਂ ਝੋਰੇ ਮੁੱਕ ਜਾਂਦੇ ਨੇ। ਕਿਵੇਂ ਮੁੱਕਦੇ ਨੇ? ਨਾਮ ਸਿਮਰ, ਨਾਮ ਨੂੰ ਸਿਮਰ ਕੇ, ਨਾਮ ਨੂੰ ਸਿਮਰ ਕੇ ਉਹਨਾਂ ਦੇ ਚਿੰਤਾ ਝੋਰੇ ਦੂਰ ਹੋ ਜਾਂਦੇ ਨੇ। ਭਗਤ ਜੀ ਦੀ ਵੇਖੋ, ਇੱਕ ਮੈਂ ਹੁਣ ਹੋਰ ਤੁਕ ਪੜ੍ਹਦਾ ਚਿੰਤਾ ਦੀ ਗੱਲ। ਮੇਰੇ ਸਾਹਿਬ ਜੀ ਕਹਿੰਦੇ ਨੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਲక్ష్ਮੀ ਕਹਿੰਦੇ ਨੇ ਧਨ ਨੂੰ, ਦੌਲਤ ਨੂੰ, ਮਾਇਆ ਨੂੰ, ਤੇ ਮਾਇਆ ਦੌਲਤ ਸਾਰਾ ਕੁਝ ਹੀ ਹੈ, ਧੀ ਵੀ ਪੁੱਤਰ ਵੀ ਸਾਰਾ ਕੁਝ ਮਾਇਆ ਹੈ। ਜੋ ਕੁਝ ਦਿਸਦਾ ਹੈ ਸਾਰਾ ਪਸਰਿਆ। ਭਗਤ ਜੀ ਕਹਿੰਦੇ ਨੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਚਿੰਤਾ, ਉਹਦੀ ਚਿੰਤਾ ਲੱਗੀ ਰਵੇ, ਉਸੇ ਕੰਮ ਨੂੰ, ਉਸੇ ਵਿੱਚ ਹੀ ਜੁੜਿਆ ਰਵੇ। ਐਸੀ ਚਿੰਤਾ ਮਹਿਜੇ ਮਰੈ। ਫਿਰ ਕੀ ਹੁੰਦਾ ਜੀ? ਸਰਪ ਜੋਨ, ਜੋਨ ਤੋਂ ਭਾਵੇਂ ਜੂਨੀ, ਸਰਪ ਜੋਨ ਵਲ ਵਲ ਉਤਰੈ। ਵਾਰ ਵਾਰ ਉਹਨੂੰ ਆਉਣਾ ਪੈਂਦਾ ਹੈ, ਉਹ ਵਾਰ ਮੁੜ ਮੁੜ ਕੇ ਉਹਨੂੰ ਜਨਮ ਲੈਣਾ ਪੈਂਦਾ ਹੈ। ਜਿਹੜਾ ਦਿਨੇ ਰਾਤ ਇਸੇ ਵਿੱਚ ਮਾਇਆ ਇਕੱਠੀ ਕਰ ਲਾਂ, ਧਨ ਇਕੱਠਾ ਕਰ ਲਾਂ। ਸਰਪ ਜੋਨ ਵਲ ਵਲ ਉਤਰੈ। ਅਰੀ ਬਾਈ, ਹੇ ਭੈਣੇ, ਗੋਬਿੰਦ, ਗੋ ਧਰਤੀ, ਬਿੰਦ ਧਰਤੀ ਦਾ ਮਾਲਕ, ਨਾਮ ਮਤ ਵਿਸਰੈ। ਤੇਰੇ ਅੰਦਰੋਂ ਗੋ ਧਰਤੀ ਦਾ ਮਾਲਕ ਪਰਮਾਤਮਾ, ਉਹਦਾ ਨਾਮ ਨਾ ਵਿਸਰੇ। ਤੇ ਮੇਰੇ ਪਾਤਸ਼ਾਹ ਕਹਿੰਦੇ, ਜੇ ਨਾਮ ਉਹਦਾ ਤੇਰੇ ਅੰਦਰੋਂ ਵਿਸਰਨਾ ਨਹੀਂ ਚਾਹੀਦਾ। ਅਗਲੀਆਂ ਤੋਂ ਕਹੇ ਕਹਿੰਦੇ ਨੇ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਵੇਸਵਾ ਦਾ ਫਿਰ ਉਹਨੂੰ ਲਿਬਾਸ ਪੈਣਾ, ਫਿਰ ਉਹਨੂੰ ਵੇਸਵਾ ਵਾਲੇ ਉਹਦਾ ਸੁਭਾਅ ਬਣ ਜਾਏਗਾ, ਉਹਨੂੰ ਵੇਸਵਾ ਦਾ ਜਨਮ ਮਿਲ ਜਾਏਗਾ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਜਿਹੜੇ ਇਹੋ ਹੀ ਚਿੰਤਾ ਕਰਦੇ ਨੇ, ਵਿਕਾਰਾਂ ਵਿੱਚ ਦਿਨੇ ਰਾਤ ਲੱਗੇ ਰਹਿੰਦੇ ਨੇ, ਵੇਸਵਾ ਜ਼ੋਨ ਵਲ ਵਲ ਉਤਰੈ। ਧਿਆਨ ਦਿਆ ਜੇ ਚਿੰਤਾ ਤੇ ਮੈਂ ਆਇਆ ਹੋਇਆ, ਕਿਸ ਦੀ ਚਿੰਤਾ ਕਰਨੀ ਚਾਹੀਦੀ ਹੈ, ਕਿਸ ਦਾ ਚਿੰਤਨ ਕਰਨਾ ਚਾਹੀਦਾ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਫਿਰ ਜੀ ਸੁਕਰ ਜ਼ੋਨ ਵਲ ਵਲ ਉਤਰੈ। ਤੇ ਜਿਹੜੀ ਸੂਰੀ ਹੁੰਦੀ ਹੈ ਨਾ, ਸੂਰੀ ਦੇ ਵੀ ਬੱਚੇ ਬੜੇ ਹੁੰਦੇ ਨੇ, ਕੁਰਬਲ ਕੁਰਬਲ ਕਰਦੇ ਫਿਰਦੇ ਨੇ। ਤੇ ਜਿਹੜੇ ਦਿਨੇ ਰਾਤ ਧੀ ਪੁੱਤਰ ਜੇ ਹੈ ਉਹ ਹੈ, ਇਹਨਾਂ ਦੇ ਨਾਲ ਹੀ ਚਿੱਤ ਜੋੜੀ ਰੱਖਿਆ, ਰੱਬ ਨੂੰ ਕਦੀ ਚਿੱਤ ਦੇ ਵਿੱਚ ਚਿਤਾਰਿਆ ਹੀ ਨਹੀਂ। ਅੱਜ ਦਾ ਹੁਕਮਨਾਮਾ ਵੀ ਇਹ ਕਹਿੰਦਾ, ਸਿਮਰ ਮਨਾ ਰਾਮ ਨਾਮ ਚਿਤਾਰੇ। ਚਿਤਾਰੇ ਤੋਂ ਭਾਵ ਹੈ ਚਿੱਤ ਦੇ ਵਿੱਚ ਚਿਤਾਰ, ਚੇਤਾ ਕਰ। ਮਨੁੱਖ ਨੂੰ ਕਈ ਵਾਰੀ ਗੱਲ ਚਿਤਾਰ ਦਿੰਦਾ, ਕਹਿੰਦਾ ਨਾ ਫਲਾਣੇ ਨੇ ਫਲਾਣੇ ਸਮੇਂ ਮੈਨੂੰ ਗੱਲ ਚਿਤਾਰੀ, ਮੈਨੂੰ ਆਹ ਗੱਲ ਉਹਨੇ ਐਵੇਂ ਕਹਿ ਦਿੱਤੀ ਸੀ, ਉਹਨੇ ਮੈਨੂੰ ਚਿਤਾਰ ਦਿੱਤੀ ਗੱਲ। ਜਦੋਂ ਕੋਈ ਚਿਤਾਰਦਾ ਹੈ ਤੇ ਜੇ ਉਹਦੇ ਫਿੱਟ ਬਹਿ ਜਾਵੇ ਤੇ ਠੀਕ ਹੈ, ਜੇ ਨਾ ਫਿੱਟ ਬਵੇ ਤੇ ਫਿਰ ਵਾਰ-ਵਾਰ ਉਹਦੇ ਅੰਦਰ ਚਲਦੀ ਰਹਿੰਦੀ ਹੈ ਵੀ ਮੈਨੂੰ ਇਹਨੇ ਗੱਲ ਚਿਤਾਰ ਦਿੱਤੀ। ਤੇ ਮੇਰਾ ਗੁਰੂ ਤੇ ਰੋਜ਼ ਹੀ ਚਿਤਾਰਦਾ, ਰੋਜ਼ ਹੀ ਕਹਿੰਦਾ ਹੈ। ਅੱਜ ਦੇ ਹੁਕਮ ਵਿੱਚ ਵੀ ਆਖਿਆ,
ਅੱਜ ਦੇ ਹੁਕਮ ਵਿੱਚ ਵੀ ਕਹਿੰਦਾ ਹੈ ਮੇਰਾ ਪਾਤਸ਼ਾਹ ਸਿਮਰ ਮਨਾ, ਹੇ ਮੇਰੇ ਮਨਾ ਤੂੰ ਸਿਮਰ ਰਾਮ ਨਾਮ, ਜਿਹੜਾ ਪ੍ਰਮਾਤਮਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਸਰਬ ਵਿਆਪਕ ਹੈ, ਚਿਤਾਰੇ ਉਹਨੂੰ ਚੇਤਾ ਕਰ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਗੁਰੂ ਦੇ ਪਿਆਰੇ, ਗੁਰੂ ਦੇ ਚਰਨ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਤੇਰੇ ਹਿਰਦੇ ਦੇ ਵਿੱਚ ਵਸ ਜਾਵੇ। ਤੇ ਜਦੋਂ ਤੇਰੇ ਹਿਰਦੇ ਵਿੱਚ ਵਸ ਜਾਵੇਗੀ, ਭੁੱਲੇ ਮਾਰਗ ਜਿਨ ਹੈ ਬਤਾਇਆ, ਤੂੰ ਗਾਉਂਦਾ ਫਿਰੇਂਗਾ ਐਸਾ ਗੁਰ ਵੱਡ ਭਾਗੀ ਪਾਇਆ। ਹੈ ਭਾਈ, ਐਸਾ ਗੁਰੂ ਕਿਸੇ ਵੱਡਿਆਂ ਭਾਗਾਂ ਵਾਲੇ ਨੇ ਪਾਇਆ ਹੈ, ਜਿਹੜਾ ਭੁੱਲਿਆਂ ਨੂੰ ਰਾਹੇ ਪਾਉਣ ਵਾਲਾ ਹੈ। ਭੁੱਲਿਆਂ ਨੂੰ ਰਾਹੇ, ਕੋਈ ਬੰਦਾ ਰਾਹੀ ਨੂੰ ਰਾਹੇ ਪਾ ਦੇ ਨਾ, ਭੁੱਲਿਆਂ ਨੂੰ 20 ਵਾਰੀ ਥੈਂਕਸ ਕਰਦਾ, ਮੈਨੂੰ ਤੂੰ ਮੰਜ਼ਿਲ ਤੇ ਪਹੁੰਚਾਤਾ, ਮੈਂ ਤੇ ਲੱਭਦਾ ਫਿਰਦਾ ਸੀ ਇੰਨੀ ਦੇਰ, ਇੰਨੀ ਕੁ ਥਾਂ ਤੇ, ਇਸੇ ਗਲੀਆਂ ਦੇ ਵਿੱਚ ਹੀ ਮੈਨੂੰ ਘੰਟਾ ਡੇਢ ਹੋ ਗਿਆ, ਮੈਂ ਤਾਂ ਕੋਲ ਹੀ ਸੀ ਘਰ ਤੇ ਮੈਨੂੰ ਲੱਭਿਆ ਹੀ ਨਹੀਂ। ਤੇ ਜਿਹੜਾ ਕੋਈ ਦੱਸਣ ਵਾਲਾ ਬਾਹੋਂ ਫੜ ਕੇ ਲੈ ਜਾਵੇ ਤੇ ਅੰਦਰੋਂ ਥੈਂਕਸ ਨਿਕਲਦਾ ਹੈ ਉਹਦਾ, ਵੀ ਮੈਨੂੰ ਤਾਂ ਚੰਗਾ ਰਾਹ ਪਾ ਦਿੱਤਾ ਹੈ। ਤਾਂ ਗੁਰੂ ਸਾਹਿਬ ਜੀ ਸਾਨੂੰ ਰੱਬ ਦੇ ਨਾਲ ਮਿਲਾਉਣ ਵਾਸਤੇ ਰੋਜ਼ ਰਾਹ ਪਾਉਂਦੇ ਨੇ, ਪਰ ਅਸੀਂ ਰਾਹ ਉਸ ਰਾਹ ਤੇ ਤੁਰਦੇ ਹੀ ਨਹੀਂ। ਉਹ ਰਾਹ ਕਿਹੜਾ ਹੈ? ਆਤਮਿਕ ਜੀਵਨ ਜੀਵਨ ਦਾ। ਸਾਨੂੰ ਆਤਮਿਕ ਤੌਰ ਤੇ ਜੀਵਣਾ ਆ ਜਾਵੇ, ਸਾਨੂੰ ਜੀਵਣਾ ਨਹੀਂ ਆਇਆ, ਰਾਹ ਆ ਹੈ। ਗੁਰੂ ਸਾਨੂੰ ਜੀਵਨ ਜਾਚ ਸਿਖਾਉਂਦੇ ਨੇ, ਬੰਦਿਆ ਤੂੰ ਜੀਵਣਾ ਕਿਵੇਂ ਹੈ, ਤੈਨੂੰ ਮੈਂ ਜੀਵਨ ਜਾਚ ਸਿਖਾਉਣਾ, ਤੇ ਸਾਨੂੰ ਜੀਵਣਾ ਹੀ ਨਹੀਂ ਆਉਂਦਾ। ਤੇ ਜਿਨ੍ਹਾਂ ਨੂੰ ਜੀਵਣਾ ਆ ਜਾਂਦਾ, ਜਿਨ੍ਹਾਂ ਨੂੰ ਜੀਵਨ ਜਾਚ ਆ ਜਾਂਦੀ ਹੈ, ਉਹਨਾਂ ਦੇ ਮਨ ਦੇ ਵਿੱਚ ਸਕੂਨ ਆ ਜਾਂਦਾ। ਜਿੰਨਾ ਚਿਰ ਸਾਨੂੰ ਜੀਵਣਾ ਨਹੀਂ ਆਉਂਦਾ, ਉਹਨਾਂ ਚਿਰ ਚਿੰਤਾਵਾਂ ਸਤਾ ਰਹੀਆਂ ਨੇ, ਝੋਰੇ ਲੱਗੇ ਹੋਏ ਨੇ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸੁਕਰ ਜੋਨ ਵੱਲ ਵੱਲ ਅਵਤਰੈ। ਜੇ ਚਿੰਤਾ ਬੱਚਿਆਂ ਦੀ ਸਾਨੂੰ ਸਾਰਿਆਂ ਨੂੰ ਲੱਗੀ ਹੋਈ ਹੈ, ਤੇ ਫਿਰ ਉਹਨਾਂ ਨੂੰ ਪਤਾ ਜੁਨੀ ਕਿਹੜੀ ਮਿਲਦੀ ਹੈ ਸੂਰੀ ਦੀ, ਵੀ ਉਹਦੇ ਬੱਚੇ ਬੜੇ ਹੁੰਦੇ ਨੇ, ਲੱਗਾ ਰਹਿਣਾ ਦੇ ਵਿੱਚ, ਇਹਨਾਂ ਦੇ ਮੋਹ ਮਾਇਆ 'ਚ ਫਸਿਆ ਰਹਿ। ਪਰ ਲਾਸਟ ਦੀਆਂ ਤੁਕਾਂ ਵਿੱਚ ਭਗਤ ਜੀ ਕਹਿੰਦੇ ਨੇ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂਕੈ ਹਿਰਦੈ ਵਸੈ, ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜਿਹੜਾ ਨਾਰਾਇਣ ਤੋਂ ਭਾਵ ਹੈ ਪ੍ਰਮਾਤਮਾ ਨੂੰ, ਜਿਹੜਾ ਸਿਮਰਦਾ ਰਹਿੰਦਾ ਹੈ, ਤੇ ਜਦੋਂ ਉਹਦਾ ਜਿਸ ਗੱਲ ਨੂੰ ਵਾਰ-ਵਾਰ ਆਪਾਂ ਕਰੀਏ ਅਭਿਆਸ ਬਣ ਜਾਂਦਾ ਹੈ, ਵਾਰ-ਵਾਰ ਉਹ ਗੱਲ ਨਿਕਲਦੀ ਹੈ। ਤੇ ਜਦੋਂ ਅੰਤ ਸਮਾਂ ਆ ਗਿਆ ਨਾ ਨੇੜੇ, ਜਦੋਂ ਪ੍ਰਾਣ ਨਿਕਲ ਗਏ ਨਾ, ਮਾਂ ਨਾਲ ਪਿਆਰ ਹੋਵੇ ਨਾ, ਤੇ ਮਾੜਾ ਜਿਹਾ ਠੋਕਰ ਲੱਗੇ ਤੇ ਕਹਿੰਦਾ ਹਾਏ ਮਾਂ, ਮਾਂ ਨਿਕਲਦਾ ਹੈ, ਕਿਉਂਕਿ ਮਾਂ ਦੇ ਨਾਲ ਪਿਆਰ ਹੈ, ਅਟੈਚਮੈਂਟ ਹੈ। ਤੇ ਜੇ ਤੇਰਾ ਪਿਆਰ ਪੈ ਗਿਆ ਨਾ ਬਾਪੂ ਨਾਲ, ਗੁਰੂ ਸ਼ਬਦ ਦੇ ਨਾਲ, ਤੇ ਫਿਰ ਜਦੋਂ ਤੇਰੇ ਪ੍ਰਾਣ ਵੀ ਨਿਕਲ ਗਏ, ਉਦੋਂ ਇਹ ਨਹੀਂ ਕਹੇਗਾ ਹਾਏ ਮਾਂ, ਉਦੋਂ ਕਹੇਗਾ ਧੰਨ ਗੁਰੂ ਗ੍ਰੰਥ ਸਾਹਿਬ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇਰੇ ਅੰਦਰੋਂ ਨਿਕਲਣਾ ਸ਼ੁਰੂ ਹੋ ਜਾਏਗਾ। ਤੇ ਜਿਹੜਾ ਵਾਹ ਹੈ, ਜਿਹੜਾ ਅੰਧਕਾਰ ਮਿਟਾ ਕੇ ਪ੍ਰਕਾਸ਼ ਦੇਣ ਵਾਲਾ ਹੈ, ਨਿਰੰਕਾਰ, ਫਿਰ ਜੇ ਇੱਕ ਵਾਰੀ ਵੀ ਤੇਰੇ ਮੂੰਹ ਚੋਂ ਵਾਹ ਗੁਰੂ ਨਿਕਲ ਗਿਆ, ਤੇ ਉਸੇ ਦੇ ਵਿੱਚ ਸਮਾ ਜਾਏਗਾ। ਉਹ ਤੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦੇਗਾ, ਆਪਣੇ ਚਰਨਾਂ ਦੇ ਵਿੱਚ ਰੱਖ ਲਏਗਾ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਬੰਦਿਆ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂਕੈ। ਪੀਤ ਅੰਬਰ, ਅੰਬਰ ਕਹਿੰਦੇ ਨੇ ਬਸਤਰ, ਪੀਤ ਹੋ ਗਿਆ ਪੀਲੇ। ਹੁਣ ਭਗਤ ਜੀ ਉਹਨਾਂ ਦਾ ਉਪਾਸਨਾ ਕਿਸ ਦੀ ਕਰਦੇ ਨੇ? ਆਪਣੇ ਭਗਵਾਨ ਦੀ। ਤੇ ਕਹਿੰਦੇ ਨੇ ਉਹ ਪੀਲੇ ਕੱਪੜਿਆਂ ਵਾਲਾ ਜਿਹੜਾ ਰੱਬ ਹੈ ਮੇਰੇ ਅੰਦਰ ਵਸ ਜਾਏਗਾ। ਇੱਥੇ ਪਰਮਾਤਮਾ ਦੀ, ਪਰਵਦਗਾਰ ਦੀ ਗੱਲ ਕੀਤੀ ਹੈ, ਨਿਰੰਕਾਰ ਦੀ। ਪਰ ਮਿਲੇਗਾ ਤੈਨੂੰ ਕਿਵੇਂ? ਗੁਰ ਕਾ ਸ਼ਬਦ ਰਾਖ ਮਨ ਮਾਹੇ। ਹੇ ਭਾਈ, ਮਨ ਵਿੱਚ ਗੁਰੂ ਦੇ ਸ਼ਬਦ ਨੂੰ ਟਿਕਾ ਲੈ, ਭਾਵ ਗੁਰੂ ਦੇ ਉਪਦੇਸ਼ ਨੂੰ ਵਸਾ ਲੈ। ਫਿਰ ਕੀ? ਸਭ ਚਿੰਤਾ ਜਿਹੜੀਆਂ ਤੇਰੀਆਂ ਅੰਦਰ ਚਿੰਤਾਵਾਂ ਝੋਰੇ ਬਣੇ ਹੋਏ ਨੇ, ਜਾਹੇ ਸਾਰੇ ਮਿਟ ਜਾਣਗੇ। ਪਰ ਕੀ? ਨਾਮ ਸਿਮਰ, ਨਾਮ ਸਿਮਰ ਕੇ, ਨਾਮ ਨਾਲ ਜੁੜ ਕੇ, ਨਾਮੀ ਦੇ ਤੱਕ ਤੇਰੀ ਪਹੁੰਚ ਬਣ ਜਾਏਗੀ। ਤੂੰ ਉਸ ਨਾਮੀ ਤੱਕ ਪਹੁੰਚ ਜਾਏਗਾ ਜਦੋਂ ਤੂੰ ਉਸ ਗੁਰੂ ਦੇ ਗੁਣ ਗਾਏਗਾ।
फिर तेनों ये पता लग जाएगा, फिर तेनों किसी को भय नहीं आएगा, तेनों डर नहीं सताएगा, तू कभी अपना जीवन सहम के नहीं जीवेगा। तेरे अंदरों ये पता लग जाएगा मरण लिखा है मंडल में आए, संसार में आए सी लिखा के आए हैं, ना दिन एक श्वास कटना है ना वधना है, क्योंकि मारन ते जबालन वाला वो आप ही है, इको ही है। सोए तो भाव है वो ही है, कोई किसी को मार नहीं कर सकता, कोई किसी को मिटा नहीं सकता, किसी दे कोल इहो जी ताकत ही कोई नहीं हैगी। रहाओ क्या गुर के चरण हृदय और धार और हिरदे विच और दिल दे अंदर कहने फलाने ने फलाने नूं मैं दिल दे विच वसाया होया, ये मेरे फलाने दी थां मेरे दिल दे विच है। पुत्र दी हो सकती है, धी दी हो सकती है, इस्त्री दी हो सकती है, इस्त्री दी अपने मर्द दी हो सकती है, पर किते दिल दे विच थां रब नूं आपां दित्ती है। कदी असीं किसी नूं बड़े कॉन्फिडेंस नाल ये आखिया, बड़े माण ताण दे नाल आखिया, मैं अपने दिल दे विच धन गुरु ग्रंथ साहिब महाराज गुरु दी बाणी नूं थां दित्ती है, मैं अपने दिल दे अंदर गुरु शब्द नूं थां दित्ती है, मेरे दिल दे अंदर मेरा गुरु रहिंदा है। कदी नहीं आखिया भी दिल विच मैं अपने गुरु नूं थां दित्ती है। बंदा बंदियां नूं ही थावां दिंदा रहिंदा है, पर कदी गुरु नूं थां नहीं दित्ती। हुण जे तूं गुरु नूं थां नहीं दित्ती ते हुण गुरु करे भी की? तेरे वास्ते तेरे घर ते गुरु वास्ते थां कोई नहीं हैगी, ते फिर गुरु तेरे ते की करे परोपकार? गुरु तेरे ते किवें प्रसन्न होवे? तू ते गुरु नूं थां नहीं दित्ती, तू ते थां ही बंदियां नूं दिंदा फिरदा रहा, अज तक थां नहीं गुरु नूं दित्ती। मेरा साहिब बख्शिश करदे ने गुर के चरण, गुरु दे चरण की ने? हुण किसी बाबे दे चरण हो सकते ने, असीं बाबे दे चरण जाके फड़ लैंदे आ, कुट के जा फड़ने, पैरां 'च बहने आ। हुण गुरु दे चरण कित्थे हैगे ने? चरण चलो मार्ग गोबिंद, जदों असीं तुरांगे इत्थे अर्थ आ जाणगे पैर। चरण शरण गुर एक पैंडा जाए चल, जिहड़ा गुरु दी शरण विच आउंदा है, गुरु साहिब जी हज़ारां करोड़ां कदमां अगे तुर के जाके उसनूं अगों निवाज लैंदे ने। चरणां दे चरण दी अर्थ चल रहे ने, पर इत्थे चरण मैं किहड़े कहने चाहुंदा? हिरदै चरण गुर शब्द विचार, हिरदे दे विच जिहड़े चरण ने गुरु दे शब्द दी विचार है। हिरदे विच जिहड़े चरण ने गुरु दा शब्द, गुरु दे उपदेश, गुरु दी सिੱਖਿਆ ਉਹ है। ते हिरदे दे विच गुरु हिरदे चरण शब्द सतगुर को नानक बांधियो पाल, पाल तो भाव है पल्ले नाल घुट के बन लेना। शब्द गुरु दे, जिहड़ा शब्द गुरु ही गुरु दे चरण ने, शब्द गुरु ही गुरु दी सिੱਖਿਆ है। ते जिहड़ा भाई गुरु दी सिੱਖਿਆ नूं, शब्द गुरु नूं अपने हिरदे विच थां दिंदा है, मानो कि उसने गुरु दे चरण अपने हिरदे दे विच टका लए ने, हिरदे विच गुरु दे चरण वस गए ने। गुर के चरण हृदय और धार, ते जिन्हां दे अंदर गुरु दे चरण, गुरु दा शब्द, गुरु दी सिੱਖਿਆ वरत गई होवे, उत्थे फिर की हुंदा? अगन सागर। एक पासे अगन मेरा पातशाह दस रहे ने, एक पासे सागर दस रहे ने। बई अग की ते समुंदर की, इन्हां दा मेल की होया? पानी की ते अग की। हुण पानी जिहड़ा है अग दे उत्ते पवे ते अग बुझा दिंदा है। गल की है? मेरे साहिब जी कहंदे ने अगन जिहड़ी तृष्णा दी अग तेरे अंदर बल रही है। सागर, सागर दे इत्थे अर्थ करांगे संसार भव सागर दे विच एक वो सागर है संसार, सागर दे विच भी अग बलदी है, उन्होंने कहते हैं बड़वा अग। एक कहते हैं तृष्णा दी अग, एक होंदी प्रतख अग जिहड़ा ज्वालामुखी फुटदी है, एक दावा अग्नि होंदी है जिहड़े दरख्त नाल दरख्त खिंदा है ते अग विचों प्रगट होंदी है ते जंगल दे जंगल सड़ जांदे ने, जंगलातां नूं अग लग जांदी है। मेरे पातशाह जी कहंदे ने अगन सागर जप उतर है पार। जेड़ी तेरे अंदर तृष्णा दी अग है ना, अग तृष्णा दे भांबड़ मच रहे ने ना, जप के
जप के किन्नू नाम नु जप के सिमर के परमात्मा नु सिमर के एक ते सब जाहे चिंता नाम सिमर के सारियां तेरियां चिंतावां दूर हो जाणगियां तृष्णा दी आग खत्म हो जाएगी उतर है पार ते संसार भव सागर तू पार हो जाएगा तू किनारे ते पहुंच जाएगा तेरा बेड़ा जेड़ा है डगमगा रहा है किसे बन्ने लग जाएगा ते जदों समुंदर दे विच लहरां आईयां होण उदों समुंदर दे विच बेड़ी चलाउण वाला कहंदा दातिया किरपा कर मेरा बेड़ा बन्ने ला दे ये डुब ना जाए गुरु प्यारिओ लहरां समुंदर दियां दिसदियां ने ते मनुख तरले लैंदा है आपां शिप च बैठे होईए ना आजे तूफान लहरां आ जाण ते कहिए रब्बा किरपा करी हुण बन्ने ला दाई गुरु प्यारिओ संसार भव सागर दे विच लहरां उठदियां ने पर सानू इन्हां दा पता नहीं लग रहा ये सानू पुहांडलियां दे रही ने गोते जरूर खवा रही ने पर साडे अंदर इन्हां पता नहीं लग्या भी असी किहड़ियां लहरां करके चिंता तुर हों क्यों असी मुसीबत अपने उत्ते समझी बैठे हाँ ये सानू डोबे असी किवें खा रहे हैं गोते किवें खा रहे हैं इन्हां लहरां दा नहीं पता क्योंकि ये अदृष्ट नहीं ये दृष्ट नहीं अदृष्ट भाव दिसण वालियां नहीं ते जड़ियां समुंदर दियां लहरां ने वो दृष्टमान ने वो दिसदियां ने फर्क इन्ना है मेरे साहब जी कह रहे ने सानू अगन सागर जप उतर है पार तृष्णा दे सागर दे विचों अग दे सागर विचों अग वर्गी तृष्णा है जिवें प्रतख अग सारा कुछ जो दे लपेट विच आवे ते साड़ के परा मारदी है ना जिहड़ी तृष्णा दी अग है वो भी बंदे नूं साड़दी है ते मेरे साहब जी कहते हैं जप के उतरे पार इस संसार भव सागर दे विचों तू पार लंघ जाएगा कि गुरु नूं जप के गुर मूरत स्यों स्यों दा अर्थ करांगे नाल मूरत तो भाव है गुरु शब्द गुर की मूरत मन में ध्यान मन दे विच गुरु दी मूरत गुरु दा शब्द गुरु दा उपदेश गुरु दी सिक्ख्या गुर मूरत स्यों लाए ध्यान ध्यान ला के ध्यान ध्यान जोड़ के भाव सुरत जोड़ के जदों तू उहदा मालक दा सिमरन करेगा गुर की मूरत स्यों लाए ध्यान बापू फिर की होवेगा फिर दसां कि गुरु साहब जी अगों कहंदे ने इहां उहां पावै मान मान तो भाव है प्रभता वडियाई शोभा तेनू इत्थे भी मिलेगी उत्थे भी मिलेगी रब दे घर विच भी तेनू थां मिल जाएगी इहां उहां इत्थे अते ओथे हुण वर्तमान समा जिहड़ा चल रहा ते आउण वाला समा कह लो आपां ते लोक ते परलोक कहने आ ना जदों इत्थों तुर जाना है ए हुण लोक है ते परलोक दा कोई पता ही नहीं है पर जे इहदे अर्थ कर लईए हुण ते घड़ी आउण वाले समय विच भी रब साडे नाल है अज भी सानू माण जदों सीट ते बैठे होइए ते लोकी बड़ी वाह 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 करदे ने ते जदों अगलो कुर्सी तो ला के थल्ले सुटदे ने ते कोई सत श्री अकाल भी नहीं करदा कोई नेड़े भी नहीं लगदा मान अपमान च तब्दील हो गया उदों फिर सारियां उधेड़ उधेड़ के उहदे जिहड़े पोतड़े बाहर कढ़ी जांदे ने भी हुण इह ते इह कुछ करदा रहा मेरे साहब जी कहंदे ने इत्थे भी होण भी ते आउण वाले समय विच भी तेनू मान मिलेगा वडियाई मिलेगी प्रभता मिलेगी किवें जी गुर की गुर मूरत स्यों लाए ध्यान ध्यान ला के जदों तू गुरु नूं अपने हिरदे विच वसावेंगा उहदा नाम जपेंगा फिर रब दे घर विच भी तेनू मान इत्थे भी ते ओथे भी अज भी ते कल भी सगल त्याग गुर शरणी आया पर जिन्हें सारे आसरे छड़ के ने आसरा हो के निथावा हो के गुरु दी शरण विच आया उन्होंने थां मिल जाती है ने ओनू शरण दे विच आया नूं थां मिल गई सगल त्याग त्याग के भाव सारा कुछ छड़ के सारा कुछ छड़ के भाव ना हुण मड़ियां च जांदा है ना मसाणा विच जांदा है ना धागे ना किसी को तवीत लैंदा है हुण सारे कुछ त्याग दिते ने सारे सहारे छड़ दिते ने हुण शरण विच गुरु दी आके सब कुछ छड़ दिता है मिटे आदेसे नानक सुख पाया नानक गुरु जी कहते ने जिन्हें सब कुछ छोड़ प्रभ तू ही त्याया गुरु अर्जन साहब महाराज जी ने क्या दातिया मैं सारा कुछ छड़ के मैं तेनों ही त्याया है
ਤੇ ਅੱਜ ਮੇਰਾ ਸ਼ਬਦ ਵਿੱਚ ਮੇਰੇ ਬਾਪੂ ਨੇ ਕਿਹਾ, ਗੁਰੂ ਨਾਨਕ ਰੂਪ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਸੁਖ ਪਾਇਆ ਉਹਨਾਂ ਨੇ ਜਿਨ੍ਹਾਂ ਨੇ ਹੈ ਨਾਨਕ ਤੈਨੂੰ ਧਿਆਇਆ ਏ। ਧਿਆਉਣ ਦੇ ਨਾਲ ਜਿਹੜੇ ਅੰਦੇਸ਼ੇ ਨੇ, ਭਰਮ ਨੇ, ਸ਼ਿਕਵੇ ਨੇ, ਗਿਲੇ ਨੇ, ਉਹ ਮੁੱਕ ਜਾਂਦੇ ਨੇ। ਚਿੰਤਾ ਝੋਰੇ ਤੌਖਲੇ ਖਤਮ ਹੋ ਜਾਂਦੇ ਨੇ। ਭਾਈ ਗੁਰੂ ਨੂੰ ਜਪ ਕੇ ਕਿਉਂ ਨਾ ਹੋਵੇ ਅਸੀਂ ਵੀ ਗੁਰੂ ਨੂੰ ਜਪੀਏ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।